हाँ जी स्टूडेंट्स, गुड मॉर्निंग। माई सेल्फ लेक्चरर दीपक मित्तल, वेलकम ऑल ऑफ़ यू ऑन माई यूट्यूब चैनल। तो बेटा, जिस तरह की आप देख रहे हैं कि अजकल काफ़ी यूट्यूब चैनल्स ਤੇ ਜਾਂ WhatsApp ग्रुप्स ਜਾਂ ਟੈਲੀਗ੍ਰਾਮ ग्रुप्स ਦੇ ਵਿੱਚ ਇਹ ਬਹੁਤ ਨਿਊਜ਼ ਟਰੈਵਲ ਕਰ ਰਹੀ ਹੈ ਕਿ ਬਹੁਤ ਜਲਦੀ ਹੀ ਲੈਕਚਰਰ ਦੀਆਂ ਮੈਥਮੈਟਿਕਸ ਦੀਆਂ ਨਵੀਆਂ ਵੈਕੈਂਸੀਜ਼ ਆਉਣੀਆਂ। ਤਾਂ ਉਹਦੇ ਰਿਗਾਰਡਿੰਗ ਬਹੁਤ ਸਾਰੀਆਂ ਕਾਲਸ ਆਉਂਦੀਆਂ ਰਹਿੰਦੀਆਂ, WhatsApp 'ਤੇ ਮੈਸੇजेस ਆਉਂਦੇ ਆ, ਬੱਚੇ ਬਹੁਤ ਉਹਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਆ ਕਿ ਐਗਜ਼ਾਮ ਇੱਕ ਹੋਏਗਾ ਜਾਂ ਦੋ ਹੋਣਗੇ, ਜਾਂ ਫਿਰ ਮਾਸਟਰ ਕੈਡਰ ਮੈਥਸ ਨਾਲੋਂ ਲੈਕਚਰਰ ਦੇ ਸਿਲੇਬਸ ਦੇ ਵਿੱਚ ਕੀ ਡਿਫਰੈਂਸਿਸ ਹੈ। ਤਾਂ ਉਹ ਸਾਰੀਆਂ ਗੱਲਾਂ ਲੈ ਕੇ, ਕਿਉਂਕਿ ਮੈਂ ਜੋ 2016 ਦੇ ਵਿੱਚ ਲੈਕਚਰਰ ਦਾ ਐਗਜ਼ਾਮ ਹੋਇਆ ਸੀ ਉਹਦੇ ਵਿੱਚ ਮੈਂ ਖੁਦ ਵੀ ਅਪੀਅਰ ਹੋਇਆ ਸੀ, ਤਾਂ ਉਹ ਸਾਰੀ ਜਿਹੜੀ ਜਾਣਕਾਰੀ ਮੇਰੇ ਕੋਲ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ। ਇੱਕ ਗੱਲ ਤੁਹਾਨੂੰ ਸ਼ੇਅਰ ਕਰ ਦਈਏ ਇੱਥੇ ਕਿ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਆਪਣੇ ਕੋਲ ਨੀਅਰ ਫਿਊਚਰ ਦੇ ਵਿੱਚ ਵੈਕੈਂਸੀਜ਼ ਆ ਰਹੀਆਂ ਜਾਂ ਨਹੀਂ ਆ ਰਹੀਆਂ, ਅਤੇ ਜੇ ਆ ਰਹੀਆਂ ਤਾਂ ਕਦੋਂ ਆਉਣਗੀਆਂ। ਠੀਕ ਹੈ, ਤਾਂ ਇਸ ਚੀਜ਼ ਬਾਰੇ ਸਾਡੇ ਕੋਲ ਫਿਲਹਾਲ ਦੀ ਘੜੀ ਕੋਈ ਇਨਫੋਰਮੇਸ਼ਨ ਨਹੀਂ ਹੈ। ਬਟ ਜੋ ਪ੍ਰੀਵੀਅਸ ਪੇਪਰ ਹੋ ਚੁੱਕਿਆ ਉਹਦੇ ਰਿਗਾਰਡਿੰਗ ਕੀ ਉਹਦੇ ਵਿੱਚ ਡਿਫਰੈਂਸਿਸ ਸੀ ਮਾਸਟਰ ਕੈਡਰ ਨਾਲੋਂ, ਤਾਂ ਉਹ ਤੁਹਾਨੂੰ ਦੱਸ ਦਿੰਦੇ ਹਾਂ। ਔਰ ਅਗਰ ਆਏਗਾ ਤਾਂ ਉਹਦੇ ਵਿੱਚ ਕੀ ਕੁਝ ਹੋ ਸਕਦਾ ਹੈ, ਤਾਂ ਉਹ ਸਾਰਾ ਆਪਾਂ ਡਿਟੇਲਡ ਇਨਫੋਰਮੇਸ਼ਨ ਹੈ ਜਿਹੜੀ ਉਹ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਠੀਕ ਹੈ ਜੀ। ਤਾਂ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਅਗਰ ਦੱਸਿਆ ਜਾਏ ਤਾਂ ਆਪਣੇ ਕੋਲੇ ਜਿਸ ਤਰ੍ਹਾਂ ਹੁਣ ਤੁਸੀਂ ਮਾਸਟਰ ਕੈਡਰ ਦਾ ਦੇਖਿਆ ਤਾਂ ਆਪਣੇ ਕੋਲੇ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਦੀ ਜੋ ਸਾਈਟ ਹੈ ਉਹਦੇ ਉੱਪਰ ਪੋਰਟਲ ਸੀਗਾ। ਠੀਕ ਹੈ, ਜਿੱਥੇ ਕਿ ਆਪਣੇ ਕੋਲੇ ਲੈਕਚਰਰ ਦਾ ਜੋ 2015 ਦੇ ਵਿੱਚ ਆਈ ਸੀ ਐਡਵਰਟਾਈਜ਼ਮੈਂਟ, ਤਾਂ ਉਹ ਆਪਣੇ ਕੋਲੇ ਸਾਰਾ ਇੱਥੇ ਡਿਟੇਲ ਸੀਗੀ ਕਿ ਰਜਿਸਟ੍ਰੇਸ਼ਨ ਦੀ ਜਿਹੜੀ ਆਖਰੀ ਮਿਤੀ ਸੀ ਉਹ ਸੀਗੀ 12 ਦਸੰਬਰ, ਔਰ ਇਹ ਨਵੰਬਰ ਦੇ ਵਿੱਚ ਐਡਵਰਟਾਈਜ਼ਮੈਂਟ ਆਈ ਸੀ। 12 ਦਸੰਬਰ 2015 ਤੱਕ ਫਾਰਮ ਫਿਲ ਕਰਨ ਦੀ ਲਾਸਟ ਡੇਟ ਸੀ, ਔਰ ਫਿਰ ਉਸ ਤੋਂ ਬਾਅਦ ਆਪਣੀ ਫੀਸ ਡਿਪੋਜ਼ਿਟ ਕਰਵਾ ਕੇ ਅਤੇ ਫਾਰਮ ਭਰਨ ਦੀ ਲਾਸਟ ਡੇਟ ਸੀਗੀ ਜੀ 24 ਦਸੰਬਰ 2015। ਠੀਕ ਹੈ, ਐਡਵਰਟਾਈਜ਼ਮੈਂਟ ਸੀ ਕਿ ਉਹ ਅਗਰ ਆਪਾਂ ਗੱਲ ਕਰੀਏ ਤਾਂ ਮੈਥੇਮੈਟਿਕਸ ਦੀਆਂ ਸੀਗੀਆਂ 70 ਟੋਟਲ 70 ਵੈਕੈਂਸੀਜ਼ ਆਈਆਂ ਸੀ ਜੀ ਮੈਥੇਮੈਟਿਕਸ ਦੀਆਂ। ਠੀਕ ਹੈ, ਔਰ 20 ਨਵੰਬਰ 2015 ਨੂੰ ਇਹ ਐਡਵਰਟਾਈਜ਼ਮੈਂਟ ਆਈ ਸੀ। ਐਡਵਰਟਾਈਜ਼ਮੈਂਟ ਨੰਬਰ ਹੈ ਆਪਣੇ ਕੋਲੇ, ਔਰ 12 ਦਸੰਬਰ 2015 ਤੱਕ ਆਪਣੇ ਕੋਲੇ ਫਾਰਮ ਫਿਲ ਕਰਨ ਦੀ ਡੇਟ ਸੀ ਆਪਣੇ ਕੋਲੇ। ਠੀਕ ਹੈ, ਤਾਂ ਉਹਦੇ ਵਿੱਚ ਕੀ ਸੀ, ਆਊਟ ਆਫ ਦੀ 70 34 ਸੀ ਜਿਹੜੀਆਂ ਉਹ ਜਨਰਲ ਕੈਟਾਗਰੀ ਦੀਆਂ ਸੀ, ਕਿਉਂਕਿ ਕੈਟਾਗਰੀ ਵਾਈਜ਼ ਸਾਰੀ ਵੰਡ ਕੀਤੀ ਹੋਈ ਹੈ। ਟੋਟਲ ਆਪਣੇ ਕੋਲੇ 70 ਹੈ। ਠੀਕ ਹੈ, ਤਾਂ 34 ਓਪਨ ਸੀਗੀਆਂ। ਉਸ ਤੋਂ ਬਾਅਦ SC M&B ਦੀਆਂ ਸੀ 7, R&O ਦੀਆਂ, ਫਿਰ ਆਪਣੇ ਕੋਲੇ ਐਕਸ ਸਰਵਿਸਮੈਨ M&B ਐਸ। ਠੀਕ ਹੈ, ਐਕਸ ਸਰਵਿਸਮੈਨ R&O ਸਪੋਰਟਸ ਕੋਟੇ ਦੀਆਂ। ਠੀਕ ਹੈ, ਬੈਕਵਰਡ ਕਲਾਸਿਸ ਹੋ ਗਈਆਂ, ਬੈਕਵਰਡ ਕਲਾਸਿਸ ਐਕਸ ਸਰਵਿਸਮੈਨ ਹੋ ਗਈਆਂ, ਜਨਰਲ ਸਪੋਰਟਸ ਦੀ ਹੋ ਗਈ, ਫਰੀडम फाइटर हो गए। ठीक है, एक्स सर्विसमैन जरनल हो गए, तो हैंडीकैप। टोटल मिला के 70 वैकेंसीज आईਆਂ ਸੀ ਆਪਣੇ ਕੋਲੇ। ਇਹਦੇ ਵਿੱਚ ਸੀ ਕਿ ਫਿਰ ਆਪਣੇ ਕੋਲੇ ਜਿਹੜੀ ਐਲੀਜੀਬਿਲਟੀ, ਠੀਕ ਹੈ, ਕਿ ਕੌਣ ਇਹ ਪੇਪਰ ਦੇ ਸਕਦਾ ਸੀ, ਤਾਂ ਉਸ ਟਾਈਮ ਜੋ ਸੀਗੀ ਐਲੀਜੀਬਿਲਟੀ ਉਹ ਇਹ ਸੀ ਕਿ ਲੈਕਚਰਰ ਮੈਥਸ ਵਾਸਤੇ ਕਿ ਜਿਹੜਾ ਕੈਂਡੀਡੇਟ ਹੈ ਉਹਨੇ ਮੈਥਸ ਦੇ ਵਿੱਚ MA ਜਾਂ ਫਿਰ MSc। MA ਮੀਨਸ ਅਗਰ ਉਹਨੇ BA ਮੈਥ ਕੀਤਾ ਹੋਇਆ ਔਰ ਉਸ ਤੋਂ ਬਾਅਦ ਮਾਸਟਰ ਡਿਗਰੀ ਕੀਤੀ ਹੈ ਮੈਥੇਮੈਟਿਕਸ 'ਚ, ਤਾਂ ਆਪਾਂ MA, ਬਟ ਅੱਜ ਕੱਲ੍ਹ ਆਪਾਂ ਉਹਨੂੰ MSc ਹੀ ਬੋਲ ਦਿੰਦੇ ਹਾਂ। ਤਾਂ ਉਹਨੇ ਮਤਲਬ ਗ੍ਰੈਜੂਏਸ਼ਨ ਦੇ ਵਿੱਚ 3 ਇਅਰਸ ਮੈਥ ਪੜ੍ਹਿਆ ਹੋਣਾ ਚਾਹੀਦਾ ਔਰ 2 ਇਅਰਸ ਦਾ ਪੋਸਟ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ। ਠੀਕ ਹੈ, MSc ਅਪਲਾਈਡ ਮੈਥੇਮੈਟਿਕਸ ਵੀ ਕੀਤੀ ਹੋ ਸਕਦੀ ਹੈ ਔਰ B.Ed ਕੀਤੀ ਹੋਣੀ ਚਾਹੀਦੀ ਸੀ। ਠੀਕ ਹੈ, ਤਾਂ ਉਸ ਟਾਈਮ ਮਤਲਬ ਕੋਈ ਮਾਰਕਸ ਦੀ ਕੰਡੀਸ਼ਨ ਨਹੀਂ ਸੀਗੀ ਔਰ ਕੋਈ ਵੀ ਉਸ ਟਾਈਮ PS ਟੈਟ ਦੀ ਕੰਡੀਸ਼ਨ ਨਹੀਂ ਸੀ ਕਿ ਕੈਂਡੀਡੇਟ ਦਾ PS ਟੈਟ ਪਾਸ ਹੋਣਾ ਕੋਈ ਕੰਪਲਸਰੀ ਨਹੀਂ ਸੀਗਾ। ਠੀਕ ਹੈ ਜੀ, ਓਨਲੀ MSc ਮੈਥੇਮੈਟਿਕਸ ਐਂਡ B.Ed ਕੀਤੀ ਹੋਣੀ ਚਾਹੀਦੀ ਸੀ। ਔਰ ਜੋ ਆਪਣੇ ਕੋਲੇ ਪ੍ਰੋਸੀਜਰ ਸੀਗਾ ਸਿਲੈਕਸ਼ਨ ਦਾ ਉਹ ਕੀ ਸੀ ਕਿ ਆਪਣੇ ਕੋਲੇ 2 ਰਿਟਨ ਟੈਸਟ ਹੋਣੇ ਸੀ ਜੀ, 2 ਲਿਖਤੀ ਟੈਸਟ ਲਏ ਗਏ ਸੀ। ਇੱਕ ਤਾਂ ਸੀਗਾ ਐਪਟੀਟਿਊਡ ਟੈਸਟ ਜੋ ਕਿ ਸਾਰੇ ਲੈਕਚਰਰ ਜੋ ਕਿ ਫਿਜ਼ਿਕਸ, ਕੈਮਿਸਟਰੀ, ਮੈਥ ਸਾਰੇ ਸਬਜੈਕਟਸ ਵਾਸਤੇ ਕਾਮਨ ਸੀਗਾ ਐਪਟੀਟਿਊਡ ਟੈਸਟ। ਔਰ ਜੋ ਸੈਕਿੰਡ ਟੈਸਟ ਸੀਗਾ, ਠੀਕ ਹੈ, ਉਹ ਸੀਗਾ ਰਿਲੇਟਿਡ ਸਬਜੈਕਟ ਨਾਲ, ਸਬਜੈਕਟ ਰਿਲੇਟਿਡ ਸੀ। ਮਤਲਬ ਜੋ ਮੈਥ ਲੈਕਚਰਰ ਸੀ ਉਹਨਾਂ ਦਾ ਓਨਲੀ ਮੈਥਸ ਦਾ ਸੀਗਾ, ਜੋ ਕੈਮਿਸਟਰੀ ਲੈਕਚਰਰ ਸੀ ਉਹਨਾਂ ਦਾ ਕੈਮਿਸਟਰੀ ਦਾ ਸੀਗਾ। ਔਰ 150 ਦਾ ਹੀ ਐਪਟੀਟਿਊਡ ਦਾ ਪੇਪਰ ਸੀ ਔਰ 150 ਦਾ ਹੀ ਆਪਣੇ ਕੋਲੇ ਸਬਜੈਕਟ ਦਾ ਪੇਪਰ ਸੀ, ਜਿਵੇਂ ਕਿ ਹੁਣ ਆਪਣਾ ਮਾਸਟਰ ਕੈਡਰ ਦਾ ਐਗਜ਼ਾਮ ਹੁੰਦਾ ਹੈ। ਔਰ ਉਸ ਟਾਈਮ ਇਹ ਕੰਡੀਸ਼ਨ ਸੀਗੀ ਕਿ ਐਟਲੀਸਟ 75 ਮਾਰਕਸ ਮਤਲਬ ਪਾਸਿੰਗ ਮਾਰਕਸ ਰੱਖੇ ਹੋਏ ਸੀਗੇ ਕਿ ਵੈਸੇ ਤਾਂ ਜਿਹੜੀ ਮੈਰਿਟ ਬਣਨੀ ਸੀਗੀ
ਉਹ ਇਹਨਾਂ ਦੋਨੋਂ ਜੋ ਐਗਜ਼ਾਮ ਹੋਣੇ ਸੀ ਉਹਨਾਂ ਦਾ ਕੰਬਾਈਨੇਸ਼ਨ ਕਰਕੇ ਜੋ ਟੋਟਲ ਬਣਦਾ ਟੋਟਲ ਦੇ ਅਕੋਰਡਿੰਗ ਮੈਰਿਟ ਬਣਨੀ ਸੀ। ਬਟ ਕੰਡੀਸ਼ਨ ਇਹ ਸੀ ਕਿ ਦੋਨੋਂ ਐਗਜ਼ਾਮਸ 'ਚੋਂ ਸੈਪਰੇਟਲੀ ਮਿਨੀਮਮ 75 ਮਾਰਕਸ ਆਉਣੇ ਚਾਹੀਦੇ ਆ ਤੁਹਾਡੇ। 75 ਤੋਂ ਅਗਰ ਘੱਟ ਆਉਂਦੇ ਆ ਤਾਂ ਉਸ ਉਮੀਦਵਾਰ ਨੂੰ ਪਾਸ ਨਹੀਂ ਮੰਨਿਆ ਜਾਣਾ ਸੀ। ਠੀਕ ਹੈ, ਤਾਂ 75 ਮਿਨੀਮਮ ਆਪਾਂ ਨੂੰ ਚਾਹੀਦੇ ਸੀ। ਔਰ ਜੋ ਫਾਈਨਲ ਮੈਰਿਟ ਸੀ, ਠੀਕ ਹੈ, ਤਾਂ ਆਪਣੇ ਕੋਲ ਦਿੱਤਾ ਹੋਇਆ ਕਿ ਲਿਖਤੀ ਟੈਸਟ ਵਿੱਚੋਂ ਪਾਸ ਉਮੀਦਵਾਰਾਂ ਦੀ ਫਾਈਨਲ ਮੈਰਿਟ ਸੀ ਜਿਹੜੀ ਨਿਰੋਲ ਦੋਵੇਂ ਟੈਸਟਾਂ ਵਿੱਚੋਂ ਪ੍ਰਾਪਤ ਅੰਕਾਂ ਨੂੰ ਜੋੜ ਕੇ ਮੈਰਿਟ ਲਿਸਟ ਤਿਆਰ ਕੀਤੀ ਜਾਏਗੀ। ਠੀਕ ਹੈ, ਨਿਰੋਲ ਮੀਨਸ ਕਿ ਹੋਰ ਇਹਦੇ ਵਿੱਚ ਕੋਈ ਗ੍ਰੈਜੂਏਸ਼ਨ ਦੇ ਮਾਰਕਸ ਨਹੀਂ, ਕੋਈ ਪੋਸਟ ਗ੍ਰੈਜੂਏਸ਼ਨ ਦੇ ਨਹੀਂ, ਕੋਈ ਪੀਐਸ ਟੈਟ ਤਾਂ ਕੰਪਲਸਰੀ ਨਹੀਂ ਸੀਗਾ। ਸਿਰਫ 2 ਟੈਸਟ ਸੀਗੇ, ਇੱਕ ਐਪਟੀਚਿਊਡ ਦਾ ਟੈਸਟ ਔਰ ਇੱਕ ਸਬਜੈਕਟ ਦਾ ਟੈਸਟ। ਔਰ ਦੋਨੋਂ ਟੈਸਟ ਦੇ ਵਿੱਚੋਂ ਕੰਡੀਸ਼ਨ ਸੀ ਕਿ ਮਿਨੀਮਮ 75 ਆਉਣੇ ਚਾਹੀਦੇ ਮਾਰਕਸ ਸੈਪਰੇਟਲੀ। ਬਟ ਜੋ ਮੈਰਿਟ ਬਣਨੀ ਸੀ ਉਹ ਦੋਨੋਂ ਐਗਜ਼ਾਮ ਸੀ ਉਹਨਾਂ ਦੇ ਜਿਹੜੇ ਮਾਰਕਸ ਸੀ ਦੋਨਾਂ ਦਾ ਟੋਟਲ ਕਰਕੇ ਤਾਂ ਜੋ ਵੀ ਕੈਂਡੀਡੇਟ ਦੇ ਹਾਇਰ ਮਾਰਕਸ ਹੋਣਗੇ ਉਹ ਕੰਸੀਡਰ ਕੀਤੇ ਜਾਣਗੇ। ਤਾਂ ਉਹਦੇ ਅਕੋਰਡਿੰਗ ਬਣੀ ਆਪਣੇ ਕੋਲੇ ਮੈਰਿਟ ਲਿਸਟ ਤਿਆਰ ਕੀਤੀ ਗਈ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਇਹ ਦਿੱਤਾ ਹੁੰਦਾ ਕਿ ਅਗਰ ਇੱਕ ਤੋਂ ਜ਼ਿਆਦਾ ਉਮੀਦਵਾਰ ਹੈ ਜਿਨ੍ਹਾਂ ਦੇ ਸੇਮ ਅੰਕ ਆ ਜਾਂਦੇ ਆ, ਸੇਮ ਮੈਰਿਟ ਲਿਸਟ ਦੇ ਵਿੱਚ ਸੇਮ ਨੰਬਰ ਆ ਜਾਂਦੇ ਆ, ਅਤੇ ਉਹਨਾਂ ਨੂੰ ਫਿਰ ਕੀ ਹੈ ਉਮਰ ਦੇ ਅਕੋਰਡਿੰਗ ਜਿਹਦੀ ਉਮਰ ਜ਼ਿਆਦਾ ਹੈ, ਜੋ ਸੀਨੀਅਰ ਹੈ, ਉਸ ਨੂੰ ਪਹਿਲ ਦਿੱਤੀ ਜਾਂਦੀ ਹੈ। ਅਤੇ ਜੋ ਉਹਨਾਂ ਦੀ ਉਮਰ ਵੀ ਬਰਾਬਰ ਹੈ ਤਾਂ ਫਿਰ ਉਹਨਾਂ ਦੇ ਪੋਸਟ ਗ੍ਰੈਜੂਏਸ਼ਨ ਜੋ MSc ਦੇ ਵਿੱਚੋਂ ਜਿਹਦੇ ਜ਼ਿਆਦਾ ਪਰਸੈਂਟੇਜ ਹੈ ਤਾਂ ਉਹਨੂੰ ਮੈਰਿਟ ਦੇ ਵਿੱਚ ਉੱਪਰ ਰੱਖਿਆ ਜਾਏਗਾ। ਠੀਕ ਹੈ, ਜਿਵੇਂ ਕਿ ਹੁਣ ਆਪਾਂ ਦੇਖਿਆ ਮਾਸਟਰ ਕੈਡਰ ਦਾ ਐਗਜ਼ਾਮ ਹੋਇਆ ਤਾਂ ਉਹਦੇ ਵਿੱਚ ਬਹੁਤ ਸਾਰੇ ਬੱਚੇ ਆਏ ਸੇਮ ਮਾਰਕਸ 'ਤੇ ਆ ਜਾਂਦੇ ਆ। ਠੀਕ ਹੈ, ਅਗਰ ਮੰਨ ਲਓ 5 ਬੱਚਿਆਂ ਦੇ 135 ਨੰਬਰ ਆ ਗਏ ਹੁਣ ਵਾਲੇ ਮਾਸਟਰ ਕੈਡਰ ਦੇ ਵਿੱਚ, ਤਾਂ ਫਿਰ ਉਹਦੇ ਵਿੱਚ ਪਹਿਲਾਂ ਉਹਨਾਂ ਦੀ ਏਜ ਕੰਸੀਡਰ ਕੀਤੀ ਜਾਂਦੀ ਹੈ ਕਿ ਜਿਹਦੇ ਬੱਚੇ ਦੀ ਡੇਟ ਆਫ ਬਰਥ ਪਹਿਲਾਂ ਦੀ ਹੈ ਤਾਂ ਉਹਦਾ ਨੰਬਰ ਪਹਿਲਾਂ ਆਏਗਾ ਮੈਰਿਟ ਲਿਸਟ ਵਿੱਚ। ਠੀਕ ਹੈ ਜੀ। ਔਰ ਜੋ ਆਪਣੇ ਕੋਲੇ ਏਜ ਲਿਮਿਟ ਸੀਗੀ ਉਹ ਸੀਗੀ 1 ਜਨਵਰੀ 2015। ਹਾਲਾਂਕਿ ਜਿਹੜੀ ਐਡਵਰਟਾਈਜ਼ਮੈਂਟ ਸੀ ਦੇਖੋ ਉਹ ਆਈ ਸੀ ਨਵੰਬਰ 2015 ਤੱਕ। ਠੀਕ ਹੈ, ਬਟ ਉਹਨਾਂ ਨੇ ਕਿਹਾ ਸੀ ਕਿ 1 ਜਨਵਰੀ 2015 ਤੱਕ ਜੋ ਕੈਂਡੀਡੇਟ ਸੀ ਉਹਦੀ ਏਜ ਹੈ ਉਹ 18 ਤੋਂ 37 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਇਹ ਸੀਗੀ ਆਪਣੇ ਕੋਲੇ ਐਲੀਜੀਬਿਲਟੀ ਔਰ ਸਿਲੈਕਸ਼ਨ ਪ੍ਰੋਸੀਜਰ ਕਿ ਕਿਸ ਤਰ੍ਹਾਂ ਉਸਨੂੰ ਸਿਲੈਕਟ ਕਰਨਾ ਸੀ ਕੈਂਡੀਡੇਟ ਨੂੰ। ਫਿਰ ਸਾਰਿਆਂ ਨਾਲੋਂ ਵੱਡੀ ਗੱਲ ਸੀ ਜੀ ਸਿਲੇਬਸ। ਜੋ ਫਸਟ ਪੇਪਰ ਸੀਗਾ ਜੀ ਆਪਣੇ ਕੋਲੇ ਐਪਟੀਚਿਊਡ ਦਾ, ਓਵਰਆਲ ਸਾਰੇ ਸਬਜੈਕਟਸ ਦਾ ਜੋ ਸੀਗਾ ਉਹ ਸੇਮ ਸੀਗਾ ਕਿ ਸਾਰੇ ਸਬਜੈਕਟਸ ਦੇ ਜੋ ਲੈਕਚਰਰ ਸੀ ਫਸਟ ਪੇਪਰ ਸਾਰਿਆਂ ਵਾਸਤੇ ਸੇਮ ਸੀਗਾ ਐਪਟੀਚਿਊਡ, ਜਿਹਦੇ ਵਿੱਚ ਕਿ 150 ਕੁਐਸਚਨਸ ਆਣੇ ਸੀ। ਦੇਅਰ ਸ਼ੈਲ ਬੀ ਨੋ ਨੈਗੇਟਿਵ ਮਾਰਕਿੰਗ ਕੋਈ ਨਹੀਂ ਸੀਗੀ। ਹੁਣ ਵੀ ਮਾਸਟਰ ਕੈਡਰ 'ਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ। ਔਰ ਸਾਰੇ MCQs ਕੁਐਸਚਨ ਸੀਗੇ। ਠੀਕ ਹੈ, ਔਰ ਉਹਦੇ ਵਿੱਚ ਕੀ ਸੀਗਾ ਸਟਰਕਚਰ ਕੀ ਦਿੱਤਾ ਹੋਇਆ ਸੀ, ਜਿਸ ਤਰ੍ਹਾਂ ਆਪਣੇ ਕੋਲ PS ਟੈਟ ਦਾ ਪੇਪਰ ਹੁੰਦਾ ਆਲਮੋਸਟ ਕਿ 30 ਮਾਰਕਸ ਦੀ ਇੰਗਲਿਸ਼ ਸੀਗੀ, 30 ਦਾ ਪੰਜਾਬੀ, 30 ਟੀਚਿੰਗ ਐਪਟੀਚਿਊਡ ਜਿਹਨੂੰ ਆਪਾਂ ਚਾਈਲਡ ਸਾਈਕੋ ਵੀ ਕਹਿ ਦਿੰਦੇ ਹਾਂ, ਔਰ ਜਨਰਲ ਨੌਲੇਜ ਕਰੰਟ ਅਫੇਅਰਸ 30 ਮਾਰਕਸ ਦੇ, ਔਰ ਮੈਂਟਲ ਐਪਟੀਚਿਊਡ ਜਿਸ ਦੇ ਵਿੱਚ ਮੈਂਟਲ ਰੀਜ਼ਨਿੰਗ ਆ ਜਾਂਦੀ ਹੈ, ਵਰਬਲ ਆ ਜਾਂਦੀ ਹੈ, ਨਾਨ ਵਰਬਲ ਆ ਜਾਂਦੀ ਹੈ, ਔਰ ਕੁਆਂਟੀਟੇਟਿਵ ਆ ਜਾਂਦਾ ਹੈ। ਠੀਕ ਹੈ, ਤਾਂ ਇਹ ਸਾਰੇ ਟੌਪਿਕ ਕਿਉਂਕਿ ਉਸ ਟਾਈਮ ਸੀ ਜੋ ਕਿ PS ਟੈਟ ਕੰਡੀਸ਼ਨ ਨਹੀਂ ਸੀਗੀ। ਬਟ ਇਸ ਵਾਰ ਅਗਰ ਆਪਣੇ ਕੋਲੇ ਲੈਕਚਰਰ ਆਉਂਦਾ ਹੈ ਤਾਂ ਲੈਕਚਰਰ ਦਾ ਐਗਜ਼ਾਮ ਆਉਂਦਾ ਹੈ ਤਾਂ ਸ਼ਾਇਦ ਹੋ ਸਕਦਾ ਹੈ ਕਿ ਉਹਦੇ ਵਿੱਚ PS ਟੈਟ ਦੀ ਕੰਡੀਸ਼ਨ ਹੋਏ ਕਿ ਸਿਰਫ PS ਟੈਟ ਪਾਸ ਕੈਂਡੀਡੇਟ ਹੀ ਅਪੀਅਰ ਹੋ ਸਕਣ। ਅਗਰ ਤਾਂ PS ਟੈਟ ਦੀ ਕੰਡੀਸ਼ਨ ਲਗਾ ਦਿੱਤੀ ਜਾਂਦੀ ਹੈ ਐਲੀਜੀਬਿਲਿਟੀ 'ਚ ਤਾਂ ਫਿਰ ਹੋ ਸਕਦਾ ਹੈ ਕਿ ਇਹ ਵਾਲਾ ਜੋ ਐਪਟੀਚਿਊਡ ਦਾ ਐਗਜ਼ਾਮ ਸੀ ਇਹ ਵਾਲਾ ਫੇਰ ਨਹੀਂ ਹੋਏਗਾ, ਕਿਉਂਕਿ ਇਹਦਾ ਸਿਲੇਬਸ ਔਰ PS ਟੈਟ ਦਾ ਸਿਲੇਬਸ ਆਲਮੋਸਟ ਸੇਮ ਹੈ। ਤਾਂ ਅਗਰ PS ਟੈਟ ਦੀ ਕੰਡੀਸ਼ਨ ਨਹੀਂ ਲਗਾਈ ਜਾਂਦੀ ਲੈਕਚਰਰ ਦੇ ਐਗਜ਼ਾਮ ਦੇ ਉੱਪਰ ਕਿ ਸਿਰਫ PS ਟੈਟ ਪਾਸ ਵਾਲੇ ਕੈਂਡੀਡੇਟਸ ਨੇ ਹੀ ਐਗਜ਼ਾਮ ਦੇਣਾ ਤਾਂ ਫਿਰ ਐਪਟੀਚਿਊਡ ਵਾਲਾ ਪੇਪਰ ਹੋਏਗਾ। ਔਰ ਅਗਰ PS ਟੈਟ ਦੀ ਕੰਡੀਸ਼ਨ ਮੈਂਡੇਟਰੀ ਕਰ ਦਿੱਤੀ ਜਾਂਦੀ ਹੈ ਫਿਰ ਹੋ ਸਕਦਾ ਕਿ ਐਪਟੀਚਿਊਡ ਦਾ ਐਗਜ਼ਾਮ ਨਾ ਹੋਏ, ਓਨਲੀ ਸਬਜੈਕਟ ਦਾ ਹੀ ਐਗਜ਼ਾਮ ਹੋਵੇ। ਤਾਂ ਇਹਦੇ ਵਿੱਚ ਜ਼ਿਆਦਾ ਡਿਟੇਲ ਨਹੀਂ ਦਿੱਤੀ ਹੋਈ ਸੀ ਸਿਲੇਬਸ ਦੇ ਵਿੱਚ, ਜਸਟ ਮੈਂਸ਼ਨ ਕੀਤਾ ਹੋਇਆ ਸੀ ਕਿ ਕਿਸ ਤਰ੍ਹਾਂ ਦੇ ਕੁਐਸਚਨਸ ਹੋ ਸਕਦੇ ਆ ਇੱਕੋ ਹੀ ਪੇਜ ਦੇ ਉੱਪਰ, ਕਿ ਸਿੰਪਲ ਬ੍ਰੌਡਲੀ ਮੈਂਸ਼ਨ ਕਰਤਾ, ਡਿਟੇਲ ਨਹੀਂ ਦਿੱਤੀ ਹੋਈ ਕਿ ਆਪਾਂ ਕਹੀਏ ਕਿ ਮੈਂਟਲ ਐਪਟੀਚਿਊਡ 'ਚ ਕਿਹੜੇ ਟੌਪਿਕਸ ਆਉਣਗੇ, ਜਨਰਲ ਨੌਲੇਜ 'ਚ ਕਿਹੜੇ ਟੌਪਿਕਸ ਆਉਣਗੇ। ਤਾਂ ਸਿੰਪਲ ਥੋੜ੍ਹਾ ਜਿਹਾ ਦੱਸਤਾ ਕਿ ਐਰੀਥਮੈਟੀਕਲ ਨੰਬਰਸ ਹੈ, ਕੋਡਿੰਗ ਡੀ ਕੋਡਿੰਗ, ਠੀਕ ਹੈ, ਰੀਜ਼ਨਿੰਗ, ਵਰਬਲ, ਨਾਨ ਵਰਬਲ, ਫਿਗਰਸ ਵਾਲੇ ਕੁਐਸਚਨਸ ਵੀ ਹੈ, ਰਿਲੇਸ਼ਨ ਕਨਸੈਪਟਸ, ਮਤਲਬ ਓਵਰਆਲ ਕਿਤੋਂ ਵੀ ਪੇਪਰ ਆ ਸਕਦਾ ਸੀ। ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਕੋਈ ਡਿਟੇਲ ਨਹੀਂ ਮੈਂਸ਼ਨ ਕੀਤੀ ਹੋਈ ਸੀ। ਔਰ ਮੇਨ ਹੈ ਆਪਣੇ ਕੋਲੇ ਜੀ ਸਬਜੈਕਟ,
जो मैथमैटिक्स की अगर आप गल करिए कि ਉਹਦਾ सिलेबस, क्योंकि बच्चों ਨੂੰ बहुत कन्फ्यूजन रहती है कि मास्टर कैडर और लैक्चरर कैडर ਦੇ ਵਿੱਚ जो सिलेबस है ਉਹਦੇ ਵਿੱਚ ਕੀ डिफरेंस है या कितना सेम है। तो आप सारा सिलेबस ਤੁਹਾਡੇ ਵਾਸਤੇ ਲੈ ਕੇ ਆਏ हैं। तो अपने को की है जी सैट थ्योरी है। सैट थ्योरी आलमोस्ट लैक्चरर और मास्टर कैडर ਦੇ ਵਿੱਚ बिल्कुल सेम है। हालांकि मास्टर कैडर ਦੇ ਵਿੱਚ ਤੁਹਾਨੂੰ ओपन क्लोज्ड सैट वगैरह भी दिते हुए है, मैंशन किए हुए ओपन सैट क्लोज सैट, जो कि लैक्चरर ਦੇ ਵਿੱਚ मैंशन नहीं किया होया। तो सुप्रीमम इनफीमम तक ही इसनों रखा होया। सीक्वेंस एंड सीरीज़ एग्जैक्टली सेम सिलेबस मैंशन किया होया है मास्टर कैडर और लैक्चरर। बाइनोमियल भी मैं सारे रेड मार्क लगाए है, इट मीनस ये बिल्कुल सेम है। लैक्चरर और मास्टर कैडर ਦੇ ਵਿੱਚ बाइनोमियल, कॉन्टीन्यूटी एंड डिफरेंशिएबिलिटी, एप्लीकेशन ऑफ डेरिवेटिव्स, लिमिट एंड डेरिवेटिव्स कि जो +1 2 का सिलेबस है आलमोस्ट वो सेम ही है मास्टर कैडर और लैक्चरर ਦੇ ਵਿੱਚ। ठीक है जी। उस तो बाद जो एप्लीकेशनस ऑफ इंटैग्रल्स है तो वो अपने को जो +2 लैवल का है या एरिया का टॉपिक है वो सारा कुछ तो सेम है, बट वो आपां डबल ट्रिपल मैंशन किया होया सी। ये आपां नहीं मैंशन किया लैक्चरर च। ये अपने को एक तो रीमन इंटीग्रेशन आ गई जी, जो कि अपने को मास्टर कैडर दे विच नहीं आती। रीमन इंटीग्रेशन लास्ट टाइम यदा क्वेश्चन भी आया सीगा। इंप्रॉपर इंटैग्रल जिस दे विच बीटा गामा फंक्शन भी आ जाते हैं, तो बीटा फंक्शन का भी क्वेश्चन लास्ट ईयर एग्जाम दे विच आया सीगा जी। और ये सारा जो टॉपिक है अपने को कि मोनोटोनिक फंक्शंस हो गए, टाइप्स ऑफ डिसकॉन्टीन्यूटी, फंक्शंस ऑफ बाउंडेड वेरिएशंस, लेबेग मेजर। ठीक है, जो अपने को मेजर थ्योरी है अपने को MSc का टॉपिक है जी, ग्रेजुएशन च नहीं आता किते भी। लेबेग इंटैग्रल, फंक्शंस ऑफ सेवरल वेरिएबल्स, डायरेक्शनल डेरिवेटिव्स, पार्शियल डेरिवेटिव एज ए लीनियर ट्रांसफॉर्मेशन, इनवर्स एंड इम्प्लिसिट फंक्शन थ्योरम्स, मीट्रिक स्पेस। ठीक है, कंपैक्टनेस, कनेक्टेडनेस, नॉर्म्ड लीनियर स्पेस, स्पेसिस ऑफ कॉन्टीन्यूस फंक्शंस। ये सारा टॉपिक मास्टर कैडर दे विच नहीं है, तो इन्हों आप पर्पल ब्रैकेट्स दे विच लिखा होया। तो ये सारा सिलेबस है जो ये मास्टर कैडर च नहीं है, ओनली लैक्चरर दे विच है। बाकी लीनियर अलजैब्रा, ठीक है, वैक्टर जो है अपने को +2 का ही टॉपिक है, सारा सेम है जी। लीनियर इनइक्वालिटीज सेम है। वैक्टर अलजैब्रा है जो अपने को वैक्टर स्पेसिस का वो भी सेम है। मैट्रिसिस, डिटरमिनेंट्स भी सेम है। ठीक है, बट मैट्रिक्स दे विच जिहड़ा ये वाला पोर्शन है पर्टिकुलरली कि मैट्रिक्स रिप्रजेंटेशन ऑफ लीनियर ट्रांसफॉर्मेशन। ठीक है, जो आप वैक्टर स्पेसिस चैप्टर पढ़ते हैं तो वैक्टर स्पेसिस तो बाद अपने को लीनियर ट्रांसफॉर्मेशन आता है। तो लीनियर ट्रांसफॉर्मेशन तक तो अपने को मास्टर कैडर दे विच भी सिलेबस है, लेकिन वो लीनियर ट्रांसफॉर्मेशन दियाँ अगे मैट्रिक्स रिप्रजेंटेशन, चेंज ऑफ बेसिस, कैनोनिकल फॉर्म्स, डायगनल फॉर्म्स, ट्रैंगुलर फॉर्म, जॉर्डन फॉर्म्स, इनर प्रोडक्ट स्पेसिस है ना, ऑर्थोनॉर्मल बेसिस, क्वाड्रेटिक फॉर्म, रिडक्शन एंड क्लासिफिकेशन ऑफ क्वाड्रेटिक फॉर्म्स। तो ये जोड़ा टॉपिक है ये मास्टर कैडर दे विच नहीं आता, ये प्योरली लैक्चरर का है। और ये जो बच्चे नैट वास्ते प्रिपेयर कर रहे हैं तो उहदे विच भी ये टॉपिक बहुत हैल्प करता है। मतलब मास्टर्स के लैवल, मास्टर कैडर के लैवल का नहीं है, बट ये नैट लैवल का है जो कि आपां नूं ओनली लैक्चरर के एग्जाम च आना है। तो स्ट्रेट लाइन सेम है जी अपने को सारा। उस तो बाद अगर आप गल करिए कोनिक सैक्शन सेम वही, पैराबोला, एलिप्स, हाइपरबोला जी, 3 डायमेंशनल ज्योमेट्री, क्योंकि सिर्फ +2 का ही टॉपिक है जी। कॉम्पलैक्स नंबर, क्वाड्रेटिक इक्वेशंस भी अपने को सेम है। बट ये जोड़ा आ वाला टॉपिक है जी अलजैब्रा ऑफ कॉम्पलैक्स नंबर्स, कॉम्पलैक्स प्लेन, पॉलीनोमियल्स, पावर सीरीज, ट्रांसडेंटल फंक्शन सच एज एक्सपोनेंशियल, ये सारा आलमोस्ट सेम आप भी पढ़िया। मास्टर कैडर दे विच भी सेम है। ट्रिग्नोमैट्रिक फंक्शंस इत्थों तक तो जी ट्रिग्नोमैट्रिक फंक्शन सेम है मास्टर कैडर और लैक्चरर दे विच। बट जिहड़ा ये वाला टॉपिक है एनालिटिक फंक्शंस, इहदा क्वेश्चन भी आया सीगा पिछले एग्जाम च। कॉशी रीमन इक्वेशंस, कंटूर इंटैग्रल, कॉशी थ्योरम, कॉशीज इंटैग्रल फार्मूला, लिएवली थ्योरम, मैक्सिमम मॉडुलस प्रिंसिपल, श्वार्ट्ज लेमा, ओपन मैपिंग थ्योरम, टेलर सीरीज, लॉरेंट सीरीज, कैलकुलस ऑफ रेजिड्यूज, कन्फॉर्मल मैपिंग्स ते बाईलीनियर ट्रांसफॉर्मेशन, मॉबियस ट्रांसफॉर्मेशन भी कह सकते हो। तो इस तरह मान के चलो जी कि पूरा जो तुसी MSc दे विच टॉपिक पढ़िया होया है कंपलैक्स एनालिसिस, ये सारे दी सारी बुक है पूरी
ਇੰਨਾ ਕੁ ਜਿਹੜਾ ਟੌਪਿਕ ਹੈ ਪੂਰਾ ਇੱਕ ਅਲੱਗ ਤੋਂ ਆਪਣਾ MSc 'ਚ ਪੇਪਰ ਹੁੰਦਾ ਕੰਪਲੈਕਸ ਐਨਾਲਿਸਿਸ ਦਾ, ਹੈ ਨਾ। ਔਰ ਇਹ ਤੁਹਾਡਾ ਨੈਟ ਵਾਸਤੇ ਵੀ ਬਹੁਤ ਇੰਪੋਰਟੈਂਟ ਹੈ, ਕਿਉਂਕਿ ਨੈਟ ਦੀ ਅਗਰ ਤੁਸੀਂ ਪ੍ਰੈਪਰੇਸ਼ਨ ਕਰਦੇ ਹੋ ਤਾਂ ਅਗਰ ਤੁਸੀਂ ਸਿਰਫ 6 ਸਬਜੈਕਟ ਦੇ ਉੱਪਰ ਫੋਕਸ ਕਰ ਲਓ, ਮਾਡਰਨ ਐਲਜੈਬਰਾ, ਲੀਨੀਅਰ ਐਲਜੈਬਰਾ, डिफरेंशियल इक्वेशंस, इंटैग्रल इक्वेशंस, रियल अपने को एनालिसिस और कंपलैक्स एनालिसिस, सिर्फ अगर तुसी ये 6 सब्जैक्ट पढ़ लेने हो तो बड़े ईजिली फस्ट अटैम्प्ट दे विच तुसी नैट क्रैक कर सकते हो जी। परमुटेशन एंड कॉम्बीनेशन ये आलमोस्ट अपने को इत्थों तक जिहड़ा है मास्टर कैडर और लैक्चरर कैडर दे विच बिल्कुल सेम सिलेबस है जी। नैक्सट है अपने को जो आ वाला टॉपिक है जी, पॉलिनोमियल रिंग्स, इरिड्यूसिबल क्राइटेरिया, फील्ड्स, फाइनाइट फील्ड्स, एक्सटेंशन, गैलियस थ्योरी, डेंस सेट्स, सब स्पेस एंड प्रोडक्ट टोपोलॉजी आ गया जी, सेपरेशन एग्जाम्स, कनैक्टेडनैस एंड कंपैक्टनैस। ये जो टॉपिक है जी मास्टर कैडर च नहीं आप पढ़ते, यूक्लिडियन डोमेन तक पढ़ते हैं मास्टर कैडर दे विच, तो ये अपने को प्योरली लैक्चरर कैडर का सिलेबस है। इस तरीके नाल जिहड़ा ऑर्डिनरी डिफरेंशियल इक्वेशन है ਉਹਦੇ ਵਿੱਚ ਵੀ ਆਪਣੇ ਕੋਲੇ ਜੋ ਤਾਂ +2 ਲੈਵਲ ਦਾ ਕੰਮ ਹੈ ਜਾਂ ਐਗਜ਼ੈਕਟ ਡਿਫਰੈਂਸ਼ੀਅਲ ਇਕੁਏਸ਼ਨ ਦਾ ਕੰਮ ਹੈ ਆਪਾਂ ਲੈਕਚਰ ਮਾਸਟਰ ਕੈਡਰ 'ਚ ਪੜ੍ਹ ਲੈਂਦੇ ਹਾਂ। ਬਟ ਜਿਹੜਾ ਐਗਜ਼ਿਸਟੈਂਸ ਐਂਡ ਯੂਨੀਕਨੈਸ ਆਫ ਸੋਲਿਊਸ਼ਨਸ ਆਫ IVP ਇਨੀਸ਼ੀਅਲ ਵੈਲਿਊ ਪ੍ਰੋਬਲਮ, ਹੈ ਨਾ, ਫਸਟ ਆਰਡੀਨਰੀ ਡਿਫਰੈਂਸ਼ੀਅਲ ਇਕੁਏਸ਼ਨ, ਸਿੰਗੂਲਰ ਸੋਲਿਊਸ਼ਨ ਆਫ ਫਸਟ ਆਰਡੀਨਰੀ ਡਿਫਰੈਂਸ਼ੀਅਲ ਇਕੁਏਸ਼ਨਸ ਜਾਂ ਜਨਰਲ ਥਿਊਰੀ ਆਫ ਹੋਮੋਜੀਨੀਅਸ ਐਂਡ ਨਾਨ ਹੋਮੋਜੀਨੀਅਸ ਲੀਨੀਅਰ ਆਰਡੀਨਰੀ ਡਿਫਰੈਂਸ਼ੀਅਲ ਇਕੁਏਸ਼ਨਸ, ਜਿਹੜਾ ਇਹ वेरिएशन ऑफ पैरामीटर्स है जी बहुत इंपॉर्टेंट टॉपिक है, ठीक है। स्ट्रम लियावली बाउंड्री वैल्यू प्रॉब्लम्स ते ग्रीन फंक्शंस, ये नैट के पॉइंट ऑफ व्यू तो बहुत इंपॉर्टेंट टॉपिक है जी। ग्रीन फंक्शन का क्वेश्चन आलमोस्ट नैट दे विच जरूर आ जाता है। पार्शियल डिफरेंशियल इक्वेशंस, तो ये टॉपिक भी आप मास्टर कैडर च नहीं पढ़ते, ऑर्डिनरी डिफरेंशियल इक्वेशंस पढ़ते हैं, तो ये सारा टॉपिक भी अपने को न्यू है जो कि तुहानूं लैक्चरर कैडर वास्ते पढ़ना पएगा जी। न्यूमेरिकल एनालिसिस आलमोस्ट सेम है। कैलकुलस ऑफ वेरीएशन आप बिल्कुल भी नहीं मास्टर कैडर दे विच पढ़ते, the variation of a function, Euler-Lagrange's equation, necessary and sufficient condition for extremal आना सी इत्थे जी, extremals फाइंड किए जाते अपने को वेरिएशनल मैथड्स फॉर बाउंड्री वैल्यू प्रॉब्लम्स, तो ये सारा अपने को की है कैलकुलस ऑफ वेरिएशन डिफरेंशियल इक्वेशन की हायर फॉर्म है जी। तो लीनियर इंटैग्रल इक्वेशंस बहुत इंपॉर्टेंट है जी। फ्रेडहोम वॉल्ट्रा इक्वेशंस, एक क्वेश्चन रिजॉल्वेंट करनल ये अपने को नैट दे विच जरूर आता जी। हर साल तुसी अगर पेपर कट के देखोगे नैट लैवल दे तो तुहानूं पता लगेगा कि फ्रेडहोम वॉल्ट्रा इक्वेशंस का क्वेश्चन लगभग उहदे विच हर साल आता जी। तो ये अपने को मास्टर कैडर च नहीं है, जिन्ना भी ये पर्पल ब्रैकेट्स के विच आपां ने किया होया ये सारा एक्स्ट्रा सिलेबस है जो कि सानूं लैक्चरर कैडर दे विच है, जो कि नैट लैवल का सिलेबस है जी, ठीक है। उसी तरीके नाल क्लासिकल मैकेनिक्स है, ठीक है। जनरलाइज्ड कोऑर्डिनेट्स, लैग्रेंजेस इक्वेशन, हैमिल्टन कैनोनिकल इक्वेशन, हैमिल्टन्स प्रिंसिपल ऑफ लीस्ट एक्शन, 2 डायमेंशनल मोशन ऑफ रिजिड बॉडीज, आयलर्स डायनामिकल इक्वेशंस फॉर द मोशन ऑफ ए रिजिड बॉडी अबाउट एन एक्सिस, ठीक है। तो लैक्चरर दे विच जो अपने को मास्टर कैडर दे विच स्टैटिक्स है, डायनामिक्स है, इक्विलिब्रियम है, वो नहीं दिता होया आपां नूं, ठीक है। बट क्लासिकल मैकेनिक्स दी हुई है। फिर मैथमेटिकल रीजनिंग सेम है जी, मास्टर कैडर वाला सेम, स्टैटिस्टिक्स सेम है, प्रॉबेबिलिटी सेम है। बट प्रॉबेबिलिटी दे विच जो आ वाला पोर्शन है जी, तो आपां नूं पता है कि पेपर GNDU यूनीवर्सिटी लैंदी है और स्टैटिस्टिक्स का जिहड़ा पोर्शन है वो बहुत ज़्यादा पाया जाता है। पिछला भी जो मास्टर लैक्चरर का एग्जाम होया सी अप्रॉक्सीमेटली 30 क्वेश्चन स्टैट के पोर्शन के विचों ही पाए गए सी, ठीक है, जो कि ये हायर प्रॉबेबिलिटी का टॉपिक है। ये विचों ही काफ़ी क्वेश्चन सी। इस बार दे मास्टर कैडर का भी जिहड़ा हुण 3704 का एग्जाम होया 9 जनवरी नूं, उहदे विच भी इहदे विचों काफ़ी क्वेश्चन पाए गए है ना। तो लास्ट जो अपने को है जी कि सारा टॉपिक ही उससे का ही है जी, ठीक है। और फिर लीनियर प्रोग्रामिंग जो अपने को ग्राफिकल मैथड तक है वो तो आपने मास्टर कैडर च भी आप पढ़ते हैं। बट जो सिंपलैक्स मैथड है, ठीक है, क्यूइंग थ्योरी है, तो तुसी MSc च पढ़ी होनी है क्यूइंग थ्योरी, इन्वेंटरी मॉडल्स, ठीक है। तो ये सारा जो टॉपिक है ये अपने को मास्टर कैडर च नहीं आता, ये लैक्चरर कैडर का है। सिर्फ आप ये कह सकते हैं कि नंबर थ्योरी जो मास्टर कैडर च आता है वो लैक्चरर च नहीं आता, और स्टैटिक्स, इक्विलिब्रियम ते डायनामिक्स, सिर्फ ये 4 चैप्टर्स ने जो कि मास्टर कैडर वाले आपां नूं लैक्चरर च जरूरत नहीं पैंदी। बट इन्हां तो बिना
ਹੋਰ ਆਪਣੇ ਕੋਲੇ ਸਿਲੇਬਸ ਕਾफ़ी ਵਾਈਡ ਹੈ ਜੀ, ਕਾफ़ी ਵਾਈਡ ਚਲਾ ਜਾਂਦਾ ਲੈਕਚਰਰ ਦਾ। ਇਹ ਹੈ ਕਿ ਅਗਰ ਤੁਸੀਂ ਇਸ ਸਿਲੇਬਸ ਨੂੰ ਅੱਛੇ ਤਰੀਕੇ ਨਾਲ ਪ੍ਰਿਪੇਅਰ ਕਰੋ ਤਾਂ ਤੁਸੀਂ ਨੈਟ ਦਾ ਵੀ ਐਗਜ਼ਾਮ ਕਲੀਅਰ ਕਰ ਸਕਦੇ ਹੋ। ਠੀਕ ਹੈ, ਤਾਂ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਜੋ ਹੁਣ ਲਾਸਟ ਹੋਇਆ ਸੀ ਪੇਪਰ, ਤਾਂ ਇਹ ਅਪਰੋਕਸੀਮੇਟਲੀ ਆਈ ਥਿੰਕ 2 ਫੈਬਰਰੀ ਨੂੰ ਆਈ ਸੀ ਨੋਟੀਫਿਕੇਸ਼ਨ, ਪਬਲਿਕ ਨੋਟਿਸ ਆਇਆ ਸੀ 2 ਫੈਬਰਰੀ 2016, 2 ਫੈਬਰਰੀ 2016 ਨੂੰ ਪਾਇਆ ਗਿਆ ਸੀ ਕਿ ਜਿਹਦੇ ਵਿੱਚ ਦੱਸਿਆ ਕਿ 14 ਤਰੀਕ ਤੋਂ ਐਗਜ਼ਾਮ ਹੈ। ਮਤਲਬ ਸ਼ੋਰਟ ਨੋਟਿਸ ਤੇ ਦੇਖੋ, ਤਾਂ ਫਾਰਮ ਜਿਹੜੇ ਬੱਚੇ ਨੇ ਫਿਲ ਕੀਤਾ ਉਹਨੂੰ ਪਤਾ ਹੀ ਹੈ ਕਿ ਐਗਜ਼ਾਮ ਹੋਣਾ ਹੈ, ਬਟ ਮਤਲਬ ਸਿਰਫ 12 ਡੇਜ਼ ਦੇ ਅਪਰੋਕਸੀਮੇਟਲੀ ਗੈਪ ਤੇ ਆ ਗਿਆ ਸੀ ਡੇਟ ਸ਼ੀਟ। ਠੀਕ ਹੈ, ਔਰ ਇਹਦੇ ਵਿੱਚ ਜੋ ਕਾਮਨ ਪੇਪਰ ਸੀਗਾ ਜੀ ਐਪਟੀਟਿਊਡ ਟੈਸਟ ਫॉर ਆਲ ਸਬਜੈਕਟਸ, ਇਹ ਕੀ ਸੀਗਾ 9:30 ਤੋਂ 12 ਇੱਕੋ ਹੀ ਦਿਨ ਹੋਇਆ ਸੀ ਕਿਉਂਕਿ ਸਾਰਿਆਂ ਦਾ ਇਕੱਠਾ ਸੀਗਾ ਜੀ। ਤਾਂ ਮਾਰਨਿੰਗ ਸੈਸ਼ਨ 'ਚ 9:30 ਤੋਂ ਲੈ ਕੇ 12 ਵਜੇ ਤੱਕ ਐਪਟੀਟਿਊਡ ਟੈਸਟ ਹੋਇਆ ਸੀ, ਔਰ ਇਹ ਡਿਸਟ੍ਰਿਕਟ ਵਾਈਜ਼ ਹੋਇਆ ਸੀ, ਹਰੇਕ ਡਿਸਟ੍ਰਿਕਟ ਦੇ ਵਿੱਚ ਹੋਇਆ ਸੀ। ਔਰ ਜੋ ਈਵਨਿੰਗ ਦਾ ਪੇਪਰ ਸੀ 14 ਤਰੀਕ ਨੂੰ, ਇਹ ਵੀ ਡਿਸਟ੍ਰਿਕਟ ਵਾਈਜ਼ ਹੀ ਹੋ ਗਿਆ ਸੀ ਕਿਉਂਕਿ ਫਿਰ ਬੱਚਾ ਟਰੈਵਲ ਤਾਂ ਨਹੀਂ ਕਰ ਸਕਦਾ ਹੈ ਨਾ, ਕਿਉਂਕਿ 12 ਵਜੇ ਤੱਕ ਪੇਪਰ ਇਹ ਹੋਇਆ ਸੀ, 2:30 ਵਜੇ ਦੂਸਰਾ ਪੇਪਰ ਹੋ ਗਿਆ ਸੀਗਾ। ਠੀਕ ਹੈ, ਤੇ ਬਾਕੀ ਦੇ ਪੇਪਰ ਸਾਰੇ ਅੰਮ੍ਰਿਤਸਰ ਹੋਏ ਸੀ, ਸ਼ਾਇਦ ਹੋ ਸਕਦਾ 1-2 ਸੈਂਟਰ ਹੋਰ ਵੀ ਬਣੇ ਹੋਣਗੇ। ਤਾਂ ਆਪਣਾ ਅਗਰ ਆਪਾਂ ਮੈਥਮੈਟਿਕਸ ਦੀ ਗੱਲ ਕਰੀਏ ਤਾਂ ਆਪਣਾ ਮਾਰਨਿੰਗ 'ਚ 9:30 ਤੋਂ 12 ਵਜੇ ਤੱਕ ਪਹਿਲਾਂ ਐਪਟੀਟਿਊਡ ਦਾ ਟੈਸਟ ਸੀਗਾ ਜੀ। 2.5 ਘੰਟੇ ਦੇ ਵਿੱਚ 150 ਮਿੰਟ ਹੋ ਗਏ, 150 ਕੁਐਸਚਨ ਸੀਗੇ, 1 ਮਿੰਟ 'ਚ 1 ਕੁਐਸਚਨ ਦੀ ਐਵਰੇਜ ਸੀਗੀ। ਔਰ ਫਿਰ ਆਪਣੇ ਕੋਲੇ ਈਵਨਿੰਗ ਸੈਸ਼ਨ ਦੇ ਵਿੱਚ 2:30 PM ਤੋਂ 5 PM ਤੱਕ, ਠੀਕ ਹੈ, 2.5 ਆਵਰਸ ਦਾ ਬ੍ਰੇਕ ਸੀਗਾ। ਔਰ ਉਸੇ ਦਿਨ ਹੀ ਆਪਣੇ ਕੋਲੇ ਬਾਇਓਲੋਜੀ ਦਾ, ਕਾਮਰਸ ਦਾ, ਮੈਥਮੈਟਿਕਸ ਦਾ ਤੇ ਫਿਜ਼ੀਕਲ ਐਜੂਕੇਸ਼ਨ ਦਾ ਜੋ ਸਬਜੈਕਟ ਦਾ ਪੇਪਰ ਸੀਗਾ ਉਹ ਵੀ ਆਪਣਾ ਹੋ ਗਿਆ ਸੀਗਾ ਜੀ। ਠੀਕ ਹੈ, ਤੇ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਤੁਹਾਡੇ ਲਈ ਮੈਂ ਸਕਰੀਨਸ਼ਾਟਸ ਲੈਤੇ ਹੈ। ਤਾਂ ਇਹ ਸੀਗਾ ਆਪਣਾ ਐਪਟੀਟਿਊਡ ਦਾ ਪੇਪਰ, ਠੀਕ ਹੈ, ਜਿਹਦੇ ਵਿੱਚ 30 ਮਾਰਕਸ ਇੰਗਲਿਸ਼, 30 ਮਾਰਕਸ ਪੰਜਾਬੀ, ਟੀਚਿੰਗ पोटेंशियल है जो अपने को चाइल्ड साइको भी कह दें, और जनरल नॉलेज का और मैंटल एप्टीट्यूड का। ठीक है, इंस्ट्रक्शंस दी हुई हैं। कंप्लीट तो पेपर चाहिए तो यदा लिंक भी डिस्क्रिप्शन बॉक्स दे देंगे जी। और फिर दूसरा पेपर सीगा अपने को मैथमैटिक्स का सब्जैक्ट का जी, सेम डे होया सीगा, वही 2:30 बजे तो लैके 5 बजे तक 150 नंबर का जी। तो फिर उस तो बाद वो आंसर की आई, फिर ऑब्जैक्शनस ले गए, फिर रिवाइज्ड आंसर की आई। तो रिवाइज्ड आंसर की आने तो बाद सारा जिहड़ा रिजल्ट सीगा जी वो PDF फॉर्मेट च आया सीगा। PDF जिस तरह हुण तां तुसीं जिहड़ा मास्टर कैडर का एग्जाम दिता है तो वो लॉगिन करके अपना तुसीं फाइंड कर रहे हो, तो PDF दे विच सारा रिजल्ट पाया गया सीगा। ते उस PDF नूं मतलब एक्सल च कंपाइल करके तां देखा गया, तो जदों पेपर होया तो उहदे विच जो फस्ट रैंक सीगा बच्चे का नवदीप सिंह, मेरा छोटा ब्रदर ही ला लो तुसीं, तां ये सीगा गुरदासपुर तो। ते इस बच्चे दे 120 नंबर सीगे जी मैथमैटिक्स चों, और 118 मार्क्स सीगे एप्टीट्यूड दे, और दोनों नूं मिला के 238 मार्क्स बने सी जी। तो टोटल 300 नंबर सीगा जी। 150 नंबर का अपना एप्टीट्यूड सी, 150 नंबर का मैथ सीगा, तो टोटल 300 नंबर का पेपर सी। ते जिहदे विचों अपने कोले 238 मार्क्स आए सीगे नवदीप दे, जो कि पूरे पंजाब दे विचों फस्ट सीगा जी। ठीक है, और सैकेंड नंबर ते जी मेरा नंबर है जी दीपक मित्तल। ठीक है, और मेरे भी 237 मार्क्स सीगे जी। 128 मेरे मैथ वाले पेपर चो आए सी सबजैक्ट चों, और 109 एप्टीट्यूड वाले एग्जाम चो सी। तो जो मैरिट बनी सी वो कंबाइंड मैरिट बनी सी जी। तो फस्ट मतलब 238 मार्क्स हाईएस्ट आए सी उस एग्जाम दे विच। और अगर इस बार एग्जाम होना है तो मे बी अगर PS टेट कंपलसरी करता तो तुसी मान के चलो फिर अपने को इकल्ला सबजैक्ट का ही एग्जाम होएगा। ठीक है, तो एप्टीट्यूड वाला एग्जाम फिर नहीं होएगा। और अगर अपने को PS टेट कंपलसरी नहीं किया जाता तो फिर हो सकता है सबजैक्ट का तो होना ही है, तो वो एप्टीट्यूड भी होएगा, और जो मैरिट बनेगी वो कंबाइंड मैरिट ही बनाई जाएगी। ठीक है जी, तो होप सो कि तुहानूं सारियां गल्लां बहुत ही डिटेल दे विच समझ आ गईयां होणीआं। अगर तुहानूं वीडियो अच्छा लग्या तो लाइक और शेयर कर दिओ। थैंक यू ऑल।